पंजाबिस्तान की जानिब तो जनाब खुशवंत सिंह जी की तीजी रचना अमृता शेरगिल घातक सुहागण। मेरे वालों ये लिखना उक्का ही उचित नहीं कि मैं अमृता शेरगिल नूं अपने जीवन विच आई इस्त्री लिखा। मैं उसनूं सिर्फ 2 वार मिलिया सी, परंतु ये 2 वार दी मिलनी भी मेरी याद विच उकरी पई है। एक कलाकार वजों उस दी प्रसिद्धता, उस दी सुंदरता दा जादू जो ਉਹਦੇ ਸਵੈ ਚਿੱਤਰਾਂ ਵਿੱਚ ਉਸ ਨੇ ਹੋਰ ਵੀ ਵਿਸ਼ਵਾਸਯੋਗ ਬਣਾ ਦਿੱਤਾ ਤੇ ਉਸ ਦੀ ਇੱਕ ਖੁੱਲੇ ਜਿਨਸੀ ਸੰਬੰਧ ਰੱਖਣ ਵਾਲੀ ਹਰਜਾਈ ਤੀਵੀਂ ਵਜੋਂ ਸ਼ੋਹਰਤ ਸੱਚਮੁੱਚ ਹੀ ਬਰਫਾਨੀ ਤੌਦੇ ਦੇ ਗੋਲੇ ਬਣ ਕੇ ਡਿੱਗਦੀ ਰਹੀ। ਉਹ ਅਜੇ ਤੱਕ ਵੀ ਖਤਮ ਨਹੀਂ ਹੋਈ। ਇਸ ਕਾਰਨ ਹੀ ਉਸ ਨੂੰ ਮੈਂ ਆਪਣੀ ਸੂਚੀ ਵਿੱਚ ਸ਼ਾਮਿਲ ਕਰ ਲਿਆ ਹੈ। ਉਸ ਦੀ ਜ਼ਿੰਦਗੀ ਦੀ ਆਖਰੀ ਗਰਮੀਆਂ ਦੀ ਰੁੱਤ ਵਿੱਚ ਮੈਨੂੰ ਇਹ ਪਤਾ ਲੱਗਾ ਕਿ ਉਹ ਤੇ ਉਸ ਦੇ ਹੰਗਰੀ ਵਾਸੀ ਮਮੇਰ ਪਤੀ ਨੇ, ਜੋ ਪੇਸ਼ੇ ਵਜੋਂ ਡਾਕਟਰ ਸੀ, ਸੜਕ ਦੇ ਦੂਸਰੇ ਪਾਸੇ ਮੇਰੇ ਘਰ ਦੇ ਕੋਲ ਇੱਕ ਘਰ ਵਿੱਚ ਰਹਿ ਰਹੇ ਸਨ। ਉਸ ਦਾ ਪਤੀ ਉੱਥੇ ਡਾਕਟਰੀ ਧੰਦਾ ਚਾਲੂ ਕਰਨਾ ਚਾਹੁੰਦਾ ਸੀ ਤੇ ਉਹ ਆਪ ਇੱਕ ਚਿੱਤਰਸ਼ਾਲਾ। ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕਿ ਉਹਨਾਂ ਨੇ ਲਾਹੌਰ ਨੂੰ ਹੀ ਰਹਿਣ ਲਈ ਕਿਉਂ ਚੁਣਿਆ। ਇਸ ਦਾ ਇੱਕ ਕਾਰਨ ਸ਼ਾਇਦ ਇਹ ਹੋਵੇ ਕਿ ਅੰਮ੍ਰਿਤਾ ਦੇ ਬਹੁਤ ਸਾਰੇ ਮਿੱਤਰ ਤੇ ਪ੍ਰਸ਼ੰਸਕ ਉਸ ਸ਼ਹਿਰ ਵਿੱਚ ਰਹਿੰਦੇ ਸਨ। ਉਸ ਦੇ ਪਿਤਾ ਦੇ ਘਰਾਣੇ ਵੱਲੋਂ ਇੱਥੇ ਉਸ ਦੇ ਵੱਡੀਆਂ ਜਾਗੀਰਾਂ ਜ਼ਮੀਨਾਂ ਦੇ ਮਾਲਕ ਰਿਸ਼ਤੇਦਾਰ ਵੀ ਲਾਹੌਰ ਮਿਲਣ ਆਉਂਦੇ ਰਹਿੰਦੇ ਸਨ। ਉਹਨਾਂ ਨੂੰ ਇਹ ਥਾਂ ਭਾਰਤ ਦੇ ਕਿਸੇ ਹੋਰ ਸ਼ਹਿਰ ਵਾਂਗੂ ਹੀ ਰਿਹਾਇਸ਼ ਲਈ ਠੀਕ ਜਾਪੀ। 1943 ਦੇ ਜੂਨ ਦਾ ਮਹੀਨਾ ਸੀ। ਮੇਰੀ ਪਤਨੀ ਸਾਡੇ 7 ਮਹੀਨਿਆਂ ਦੇ ਬੇਟੇ ਰਾਹੁਲ ਨਾਲ ਸ਼ਿਮਲੇ ਤੋਂ 7 ਮੀਲ ਦੂਰ ਮਸ਼ੋਬਰਾ ਵਿੱਚ ਸੁੰਦਰਬਨ ਮੇਰੇ ਮਾਪਿਆਂ ਦੇ ਘਰ ਚਲੀ ਗਈ ਸੀ। ਮੈਂ ਆਪਣੀਆਂ ਸਵੇਰਾਂ ਤਾਂ ਹਾਈਕੋਰਟ ਦੇ ਵਕੀਲਾਂ ਨਾਲ ਕੌਫੀ ਦੇ ਕੱਪ ਪੀਂਦਿਆਂ ਗੱਪਾਂ ਮਾਰ ਕੇ ਜਾਂ ਜੱਜਾਂ ਕੋਲ ਮੁਕੱਦਮਿਆਂ ਦੀਆਂ ਬਹਿਸਾਂ ਸੁਣ ਕੇ ਲੰਘਾਉਂਦਾ। ਮੇਰੇ ਕੋਲ ਤਾਂ ਕੋਈ ਮੁਕੱਦਮਾ ਘੱਟ ਹੀ ਹੁੰਦਾ ਸੀ। ਫਿਰ ਵੀ ਮੈਂ ਨਿਯਮ ਨਾਲ ਰੋਜ਼ਾਨਾ ਕਚਹਿਰੀ ਕਾਲਾ ਕੋਟ ਪਾ ਕੇ, ਕਾਲਰਾਂ ਉਦਾਲੇ, ਚਿੱਟਾ ਲਬਾਦਾ ਓੜ ਕੇ ਤੇ ਕਾਲਾ ਚੋਗਾ ਲੈ ਕੇ ਦੂਸਰਿਆਂ ਤੇ ਇਹ ਰੋਬ ਪਾਉਣ ਲਈ ਜਾਂਦਾ ਕਿ ਮੇਰੇ ਕੋਲ ਇੱਕ ਵਕੀਲ ਵਜੋਂ ਬੜਾ ਕੰਮ ਹੈ, ਤੇ ਦੁਪਹਿਰ ਦੇ ਖਾਣੇ ਲਈ ਵਾਪਸ ਆਉਂਦਾ ਤੇ ਫਿਰ ਲੰਮਾ ਸਮਾਂ ਆਰਾਮ ਕਰਨ ਲਈ ਸੌਂ ਜਾਂਦਾ ਤੇ ਸ਼ਾਮ ਨੂੰ ਅੰਤਰਰਾਸ਼ਟਰੀ ਕਲੱਬ ਵਿੱਚ ਟੈਨਿਸ ਖੇਡਣ ਚਲਾ ਜਾਂਦਾ। ਇੱਕ ਦਿਨ ਮੈਂ ਘਰ ਮੁੜ ਕੇ ਆਇਆ ਤਾਂ ਵੇਖਿਆ ਕਿ ਮੇਰੇ ਘਰ ਵਿੱਚ ਮਹਿੰਗੇ ਫਰਾਂਸੀਸੀ ਅਤਰ ਦੀ ਸੁਗੰਧੀ ਆ ਰਹੀ ਸੀ। ਮੇਰੀ ਬੈਠਕ ਤੇ ਪੁਸਤਕਾਲੇ ਵਿਚਲੇ ਮੇਜ਼ ਤੇ ਠੰਡੀ ਬੀਅਰ ਵਾਲਾ ਚਾਂਦੀ ਦਾ ਪਿਆਲਾ ਪਿਆ ਸੀ। ਮੈਂ ਛੇਤੀ ਨਾਲ ਰਸੋਈ ਵੱਲ ਗਿਆ ਤੇ ਆਪਣੇ ਰਸੋਈਏ ਤੋਂ ਆਏ ਅਤਿਥੀ ਬਾਰੇ ਪੁੱਛਿਆ। ਉਸ ਨੇ ਮੈਨੂੰ ਜਾਣਕਾਰੀ ਦਿੱਤੀ ਕਿ ਇੱਕ ਸਾੜੀ ਵਾਲੀ ਮੇਮ ਸਾਹਿਬਾ ਆਈ ਸੀ ਤੇ ਉਸ ਨੇ ਉਸ ਨੂੰ ਇਹ ਦੱਸ ਦਿੱਤਾ ਕਿ ਮੈਂ ਦੁਪਹਿਰ ਦੇ ਖਾਣੇ ਲਈ ਆਉਣ ਹੀ ਵਾਲਾ ਹਾਂ। ਉਸ ਨੇ ਬੀਅਰ ਦੀ ਬੋਤਲ ਫਰਿੱਜ ਚੋਂ ਕੱਢ ਕੇ ਆਪ ਹੀ ਲੈ ਕੇ ਪੀ ਲਈ ਸੀ ਤੇ ਹੁਣ ਤਾਜ਼ਾ ਹੋਣ ਲਈ ਹੱਥ ਮੂੰਹ ਧੋਣ ਲਈ ਗੁਸਲਖਾਨੇ ਵਿੱਚ ਹੈ। ਮੈਨੂੰ ਕੋਈ ਸ਼ੱਕ ਨਾ ਰਿਹਾ ਕਿ ਇਹ ਬਿਨ ਬੁਲਾਇਆ ਮਹਿਮਾਨ ਅਮ੍ਰਿਤਾ ਸ਼ੇਰਗਿਲ ਤੋਂ ਬਿਨਾਂ ਹੋਰ ਕੋਈ ਨਹੀਂ ਹੋ ਸਕਦਾ। ਉਸ ਦੇ ਲਾਹੌਰ ਆਉਣ ਤੋਂ ਕੁਝ ਹਫ਼ਤੇ ਪਹਿਲਾਂ ਹੀ ਮੈਂ ਉਸ ਦੇ ਮਮੇਰੇ ਭਰਾ ਨਾਲ ਵਿਆਹ ਤੋਂ ਪਹਿਲਾਂ ਆਪਣੀ ਲਾਹੌਰ ਫੇਰੀ ਦੌਰਾਨ ਉਸ ਦੇ ਕਾਰਨਾਮੇ ਸੁਣ ਚੁੱਕਾ ਸੀ। ਉਹ ਜ਼ਿਆਦਾ ਤਾਂ ਫਿਲੇਟੀ ਹੋਟਲ ਵਿੱਚ ਠਹਿਰਦੀ। ਉਹ ਆਪਣੇ ਪ੍ਰੇਮੀਆਂ ਨਾਲ 2-2 ਘੰਟੇ ਦੇ ਅੰਤਰਾਲ ਨਾਲ ਮੁਲਾਕਾਤਾਂ ਨਿਸ਼ਚਿਤ ਕਰਦੀ ਤੇ ਇੱਕ ਦਿਨ ਵਿੱਚ ਸੌਣ ਤੋਂ ਪਹਿਲਾਂ 6-7 ਨੂੰ ਮਿਲਦੀ। ਜੇ ਇਹ ਸੱਚ ਹੈ ਤਾਂ ਪਰ ਆਦਮੀਆਂ ਦੇ ਗੱਪ ਇਸਤਰੀਆਂ ਦੇ ਟਾਕਰੇ ਤੋਂ ਘੱਟ ਭਰੋਸੇਯੋਗ ਹੁੰਦੇ ਹਨ। ਜੇ ਇਹ ਸੱਚ ਹੈ ਤਾਂ ਅੰਮ੍ਰਿਤਾ ਦੀ ਜ਼ਿੰਦਗੀ ਵਿੱਚ ਪਿਆਰ ਲਈ ਬਹੁਤ ਥੋੜ੍ਹਾ ਸਥਾਨ ਸੀ। ਕਾਮ ਸੰਬੰਧ ਹੀ ਉਹਦੇ ਲਈ ਸਭ ਕੁਝ ਸੀ। ਉਹ ਸੱਚਮੁੱਚ ਹੀ ਕਾਮ ਉਨਮਾਦੀ ਸੀ ਤੇ ਉਸ ਦੇ ਭਤੀਜੇ ਵਿਵਾਨ ਸੁੰਦਰਮ ਦੇ ਛਪੇ ਬ੍ਰਿਤਾਂਤ ਅਨੁਸਾਰ ਉਹ ਸਮਲਿੰਗੀ ਭੋਗ ਵੀ ਕਰਦੀ ਸੀ। ਉਸ ਦਾ ਤੌਰ ਤਰੀਕਾ ਬਦਰੁਦੀਨ ਤੈਯਬ ਜੀ ਨੇ ਬੜੀ ਸਪਸ਼ਟਤਾ ਨਾਲ ਆਪਣੀਆਂ ਯਾਦਾਂ ਵਿੱਚ ਵਰਣਨ ਕੀਤਾ ਹੈ। ਇੱਕ ਵਾਰ ਸਰਦੀਆਂ ਵਿੱਚ ਉਹ ਸ਼ਿਮਲੇ ਆ ਕੇ ਠਹਿਰਿਆ ਹੋਇਆ ਸੀ। ਉਸ ਨੇ ਅੰਮ੍ਰਿਤਾ ਨੂੰ ਰਾਤ ਦੇ ਖਾਣੇ ਤੇ ਬੁਲਾਇਆ। ਉਸ ਨੇ ਠੰਡ ਤੋਂ ਬਚਣ ਲਈ ਅੰਗੀਠੀ 'ਚ ਅੱਗ ਬਾਲੀ ਹੋਈ ਸੀ ਤੇ ਉਸ ਦੇ ਗ੍ਰਾਮੋਫੋਨ ਤੇ ਪੱਛਮੀ ਸ਼ਾਸਤਰੀ ਸੰਗੀਤ ਵੱਜ ਰਿਹਾ ਸੀ। ਉਸ ਨੇ ਪਹਿਲੀ ਵਾਰ ਸ਼ਾਮ ਸਾਹਿਤ ਤੇ ਸੰਗੀਤ ਬਾਰੇ ਗੱਲਾਂ ਕਰਦਿਆਂ ਗੁਜ਼ਾਰ ਦਿੱਤੀ। ਉਸ ਨੇ ਉਸ ਨੂੰ ਇੱਕ ਵਾਰ ਫਿਰ ਖਾਣੇ ਤੇ ਬੁਲਾਇਆ। ਉਂਝ ਹੀ ਅੰਗੀਠੀ 'ਚ ਅੱਗ ਬਲ ਰਹੀ ਸੀ ਤੇ ਉਹ ਸੰਗੀਤ ਵੱਜ ਰਿਹਾ ਸੀ। ਉਸ ਦੇ ਇਹ ਜਾਣਨ ਤੋਂ ਪਹਿਲਾਂ ਹੀ ਕਿ ਕੀ ਹੋ ਰਿਹਾ ਹੈ,
ਅੰਮ੍ਰਿਤਾ ਨੇ ਆਪਣੇ ਕੱਪੜੇ ਲਾਹੇ ਤੇ ਗਲੀਚੇ ਤੇ ਅਲਫ ਨੰਗੀ ਪੈ ਗਈ। ਉਸ ਦਾ ਐਵੇਂ ਸਮਾਂ ਨਸ਼ਟ ਕਰਨ ਵਿੱਚ ਵਿਸ਼ਵਾਸ ਨਹੀਂ ਸੀ ਤੇ ਭਲਾ ਮਾਨਸ ਬਦਰੁਦੀਨ ਵੀ ਉਸ ਦਾ ਸੰਕੇਤ ਸਮਝ ਗਿਆ। ਕਈ ਸਾਲ ਪਿੱਛੋਂ ਪ੍ਰਸਿੱਧ ਲੇਖਕ ਮੈਲਕਮ ਮੁਗਰਿਜ਼ ਨੇ ਮੈਨੂੰ ਦੱਸਿਆ ਕਿ ਉਸ ਨੇ ਸਮਰ ਹਿੱਲ ਸ਼ਿਮਲਾ ਵਿੱਚ ਅੰਮ੍ਰਿਤਾ ਦੇ ਮਾਪਿਆਂ ਦੇ ਘਰ ਇੱਕ ਹਫ਼ਤਾ ਬਤੀਤ ਕੀਤਾ। ਉਹ ਉਸ ਸਮੇਂ ਭਰੀ ਜਵਾਨੀ ਵਿੱਚ ਸੀ, 20ਵਿਆਂ ਦੇ ਸ਼ੁਰੂ ਵਿੱਚ। ਇੱਕ ਹਫ਼ਤੇ ਵਿੱਚ ਹੀ ਅੰਮ੍ਰਿਤਾ ਨੇ ਉਸ ਨੂੰ ਰੋਲ ਦਿੱਤਾ, ਗੁੱਦੜ ਬਣਾ ਦਿੱਤਾ। ਉਸ ਨੇ ਮੰਨਿਆ ਕਿ ਉਹਦੇ ਨਾਲ ਸੰਭੋਗ ਵਿੱਚ ਉਹ ਪੂਰਾ ਨਹੀਂ ਉਤਰ ਸਕਦਾ ਸੀ। ਮੈਨੂੰ ਛੇਤੀ ਕਲਕੱਤੇ ਪਹੁੰਚ ਕੇ ਸੁੱਖ ਦਾ ਸਾਹ ਆਇਆ। ਜਿਸ ਕਿਸਮ ਦੀ ਔਰਤ ਵਜੋਂ ਅੰਮ੍ਰਿਤਾ ਦੀ ਮਸ਼ਹੂਰੀ ਸੀ, ਆਦਮੀ ਉਸ ਵੱਲ ਇੰਜ ਖਿੱਚੇ ਆਉਂਦੇ ਜਿਵੇਂ ਚੁੰਬਕ ਵੱਲ ਲੋਹੇ ਦੀਆਂ ਚੀਜ਼ਾਂ। ਮੈਂ ਕੋਈ ਵੱਖਰਾ ਨਹੀਂ ਸੀ। ਜਿਉਂ ਹੀ ਉਹ ਕਮਰੇ ਵਿੱਚ ਆਈ, ਮੈਂ ਉਸ ਦੇ ਸਵਾਗਤ ਲਈ ਖੜਾ ਹੋ ਗਿਆ। ਮੈਂ ਕਿਹਾ, ਤੁਸੀਂ ਜ਼ਰੂਰ ਹੀ ਅੰਮ੍ਰਿਤਾ ਸ਼ੇਰਗਿੱਲ ਹੋ। ਉਸ ਨੇ ਹਾਂ ਵਿੱਚ ਸਿਰ ਹਿਲਾਇਆ। ਬਿਨਾਂ ਮੇਰੀ ਬੀਅਰ ਆਪਣੇ ਆਪ ਲੈਣ ਤੇ ਮਾਫੀ ਮੰਗਣ ਦੀ ਥਾਂ ਉਸ ਨੇ ਇਹ ਦੱਸਣਾ ਸ਼ੁਰੂ ਕੀਤਾ ਕਿ ਉਹ ਕਿਉਂ ਮੈਨੂੰ ਮਿਲਣ ਆਈ ਹੈ। ਉਹ ਸਭ ਸੰਸਾਰਕ ਗੱਲਾਂ ਸਨ ਜਿਨ੍ਹਾਂ ਨੇ ਸਾਡੀ ਮੁਲਾਕਾਤ ਦੀ ਅਸਚਰਜਤਾ ਦੇ ਸਵਾਦ ਦਾ ਸਤਿਆਨਾਸ਼ ਕਰ ਦਿੱਤਾ। ਉਸ ਨੂੰ ਨਲ ਸਾਜ਼ਾਂ, ਧੋਬੀਆਂ, ਤਰਖਾਣਾਂ, ਰਸੋਈਆਂ ਤੇ ਬਹਿਰਿਆਂ ਬਾਰੇ ਜਾਣਕਾਰੀ ਚਾਹੀਦੀ ਸੀ। ਮੈਂ ਉਸ ਨੂੰ ਚੰਗੀ ਤਰ੍ਹਾਂ ਦੇਖਦਾ ਰਿਹਾ। ਉਹ ਮਧਰੀ ਸੀ ਤੇ ਉਸ ਦਾ ਰੰਗ ਬਸੰਤੀ ਸੀ। ਉਸ ਦੇ ਵਾਲ ਕਾਲੇ ਸਨ ਜਿਨ੍ਹਾਂ ਦਾ ਵਿਚਕਾਰੋਂ ਚੀਰ ਕੱਢਿਆ ਹੋਇਆ ਸੀ। ਉਸ ਦੇ ਬੁੱਲ ਵਿਲਾਸਮਈ ਸਨ ਜਿਨ੍ਹਾਂ ਤੇ ਗੂੜੀ ਲਾਲ ਲਿਪਸਟਿਕ ਲਗਾਈ ਹੋਈ ਸੀ। ਉਸ ਦਾ ਨੱਕ ਛੋਟਾ ਜਿਸ ਉੱਪਰ ਕਾਲੇ ਕਿੱਲ ਦਿਖਾਈ ਦਿੰਦੇ ਸਨ। ਉਹ ਦੇਖਣ ਨੂੰ ਠੀਕ ਠਾਕ ਸੀ ਪਰ ਕਿਸੇ ਪੱਖੋਂ ਵੀ ਸੁੰਦਰ ਨਹੀਂ ਕਹੀ ਜਾ ਸਕਦੀ। ਉਸ ਦੇ ਸਵੈ ਚਿੱਤਰ ਨਾਰਸੀ ਰੁਚੀ ਦਾ ਅਭਿਆਸ ਮਾਤਰ ਸਨ। ਉਹ ਸ਼ਾਇਦ ਇੰਨੀ ਸੋਹਣੀ ਸ਼ਕਲ ਦੀ ਮਾਲਕ ਤਾਂ ਨਹੀਂ ਸੀ ਜਿੰਨੀ ਉਹ ਨਗਨ ਚਿੱਤਰਾਂ ਵਿੱਚ ਹੁੰਦੀ, ਪਰ ਮੇਰੇ ਕੋਲ ਇਹ ਜਾਣਨ ਦਾ ਕੋਈ ਸਾਧਨ ਨਹੀਂ ਸੀ ਕਿ ਉਸ ਨੇ ਆਪਣੀ ਸਾੜੀ ਹੇਠ ਕੀ ਛੁਪਾ ਰੱਖਿਆ ਸੀ। ਜਿਹੜੀ ਚੀਜ਼ ਮੈਂ ਭੁੱਲ ਨਹੀਂ ਸਕਦਾ ਉਹ ਸੀ ਉਸ ਦੀ ਸ਼ੋਖੀ। ਜਦੋਂ ਉਹ ਗੱਲਾਂ ਕਰਨੋਂ ਹਟੀ ਤਾਂ ਉਸ ਨੇ ਕਮਰੇ ਤੇ ਝਾਤੀ ਮਾਰੀ। ਮੈਂ ਕੁਝ ਚਿੱਤਰਾਂ ਵੱਲ ਇਸ਼ਾਰਾ ਕਰਦਿਆਂ ਕਿਹਾ, ਇਹ ਮੇਰੀ ਪਤਨੀ ਨੇ ਬਣਾਏ ਹੋਏ ਹਨ। ਉਹ ਕਲਾ ਪ੍ਰੇਮੀ ਹੈ। ਉਸ ਨੇ ਉੱਡਦੀ ਨਜ਼ਰ ਮਾਰੀ ਤੇ ਮੌਜੂ ਉਡਾਉਂਦਿਆਂ ਕਿਹਾ, ਇਹ ਤਾਂ ਸਾਫ਼ ਹੀ ਪ੍ਰਗਟ ਹੁੰਦਾ ਹੈ। ਮੈਂ ਉਸ ਦੀ ਨਫ਼ਰਤ ਤੇ ਹੈਰਾਨ ਰਹਿ ਗਿਆ, ਪਰੰਤੂ ਇਹ ਸਮਝ ਨਾ ਆਈ ਕਿ ਕਿਵੇਂ ਮੋੜਾਂ। ਅਜੇ ਹੋਰ ਬਹੁਤ ਕੁਝ ਹੋਣਾ ਸੀ। ਕੁਝ ਹਫ਼ਤੇ ਮਗਰੋਂ ਮੈਂ ਮਸ਼ੋਬਰੇ ਆਪਣੇ ਪਰਿਵਾਰ ਕੋਲ ਚਲਾ ਗਿਆ। ਅੰਮ੍ਰਿਤਾ ਚਮਨ ਲਾਲ ਦੇ ਪਰਿਵਾਰ ਨਾਲ ਰਹਿ ਰਹੀ ਸੀ ਜਿਨ੍ਹਾਂ ਨੇ ਮੇਰੇ ਪਿਤਾ ਦੇ ਘਰ ਦੀ ਉੱਪਰਲੀ ਮੰਜ਼ਲ ਕਿਰਾਏ ਤੇ ਲਈ ਹੋਈ ਸੀ। ਮੈਂ ਉਹਨਾਂ ਨੂੰ ਦੁਪਹਿਰੀ ਭੋਜਨ ਤੇ ਬੁਲਾਇਆ। ਚਮਨ ਲਾਲ, ਉਹਦੀ ਪਤਨੀ ਹੈਲਨ ਅਤੇ ਅੰਮ੍ਰਿਤਾ ਤਿੰਨੇ ਹੀ ਦੁਪਹਿਰ ਵੇਲੇ ਆਏ। ਖਾਣੇ ਦਾ ਮੇਜ਼ ਤੇ ਕੁਰਸੀਆਂ ਇੱਕ ਕਤਾਰ ਵਿੱਚ ਥੜੇ ਉੱਪਰ ਇੱਕ ਕੰਡਿਆਲੇ ਬਲੂਤ ਦੇ ਪਰਛਾਵੇਂ ਹੇਠ ਲਗਾਏ ਗਏ ਸਨ ਜੋ ਪਹਾੜੀ ਤੇ ਵਿਸ਼ਾਲ ਘਾਟੀ ਤੋਂ ਦਿਖਾਈ ਦਿੰਦਾ ਸੀ। ਮੇਰਾ 7 ਮਹੀਨਿਆਂ ਦਾ ਬੇਟਾ ਗਡੀਰੇ ਨਾਲ ਆਪਣੇ ਪੈਰਾਂ ਤੇ ਖਲੋਣ ਦੀ ਜਾਚ ਸਿੱਖ ਰਿਹਾ ਸੀ। ਉਹ ਬੜਾ ਪਿਆਰਾ ਬੱਚਾ ਸੀ ਜਿਸ ਦੇ ਪੂਰੇ ਕੁੰਗਰਾਲੇ ਵਾਲ ਸਨ ਤੇ ਵੱਡੀਆਂ ਪੁੱਛੂ ਕਰਦੀਆਂ ਅੱਖਾਂ। ਹਰ ਇੱਕ ਵਾਰੀ ਉਹਦੇ ਨਾਲ ਗੱਲਾਂ ਕਰਦਾ ਤੇ ਮੇਰੀ ਪਤਨੀ ਦੀ ਸੁੰਦਰ ਬੇਟੇ ਨੂੰ ਜਨਮ ਦੇਣ ਤੇ ਵਡਿਆਈ ਕਰਦਾ। ਅੰਮ੍ਰਿਤਾ ਆਪਣੇ ਬੀਅਰ ਵਾਲੇ ਪਿਆਲੇ ਨੂੰ ਹੀ ਵੇਖਦੀ ਰਹੀ। ਜਦੋਂ ਸਾਰੇ ਗੱਲਬਾਤ ਕਰ ਹਟੇ ਤਾਂ ਉਹ ਬੱਚੇ ਵੱਲ ਕਾਫੀ ਸਮਾਂ ਦੇਖਦੀ ਰਹੀ ਤੇ ਫਿਰ ਉਸ ਨੇ ਟਿੱਪਣੀ ਕੀਤੀ, ਕਿੰਨਾ ਬਦਸੂਰਤ ਬੱਚਾ ਹੈ। ਸਭ ਜਿਵੇਂ ਸੀਤ ਹੋ ਗਏ। ਕਈਆਂ ਨੇ ਕਠੋਰ ਟਿੱਪਣੀ ਤੇ ਇਤਰਾਜ਼ ਕੀਤਾ ਪਰ ਅੰਮ੍ਰਿਤਾ ਫਿਰ ਬੀਅਰ ਪੀਣ 'ਚ ਰੁੱਝ ਗਈ। ਜਦੋਂ ਮਹਿਮਾਨ ਵਿਦਾ ਹੋ ਗਏ ਤਾਂ ਮੇਰੀ ਪਤਨੀ ਨੇ ਮੈਨੂੰ ਬੜੀ ਦ੍ਰਿੜਤਾ ਨਾਲ ਕਿਹਾ, ਮੈਂ ਇਸ ਕੁੱਤੀ ਨੂੰ ਫਿਰ ਆਪਣੇ ਘਰ ਨਹੀਂ ਵੜਨ ਦਿਆਂਗੀ। ਅੰਮ੍ਰਿਤਾ ਦੇ ਭੈੜੇ ਸੁਭਾਅ ਦੀ ਤੇ ਮੇਰੀ ਪਤਨੀ ਦੀ ਉਸ ਬਾਰੇ ਟਿੱਪਣੀ ਦੀ ਸਾਡੇ ਸ਼ਿਮਲਾ ਦੇ ਸਮਾਜਿਕ ਖੇਤਰ ਵਿੱਚ ਭਰਪੂਰ ਚਰਚਾ ਹੋਈ। ਜਦੋਂ ਅੰਮ੍ਰਿਤਾ ਨੂੰ ਉਸ ਬਾਰੇ ਮੇਰੀ ਪਤਨੀ ਵੱਲੋਂ ਕਹੇ ਗਏ ਸ਼ਬਦਾਂ ਬਾਰੇ ਪਤਾ ਲੱਗਾ ਤਾਂ ਉਸ ਨੇ ਲੋਕਾਂ ਨੂੰ ਕਿਹਾ, ਮੈਂ ਉਸ ਭੈੜੀ ਜ਼ਨਾਨੀ ਨੂੰ ਐਸਾ ਸਬਕ ਸਿਖਾਵਾਂਗੀ ਜੋ ਉਹ ਕਦੇ ਨਹੀਂ ਭੁੱਲੇਗੀ। ਮੈਂ ਉਹਦੇ ਪਤੀ ਨੂੰ ਵਰਗਲਾ ਕੇ ਪਤਿਤ ਕਰ ਦਿਆਂਗੀ। ਮੈਂ ਬੜੇ ਚਾਅ ਨਾਲ ਉਹ ਦਿਨ ਉਡੀਕਦਾ ਰਿਹਾ ਕਿ ਉਹ ਮੈਨੂੰ ਕਦੋਂ ਪਤਿਤ ਕਰੇਗੀ। ਉਹ ਦਿਨ ਕਦੇ ਨਾ ਆਇਆ। ਪਤਝੜ ਰੁੱਤ 'ਚ ਅਸੀਂ ਫਿਰ ਲਾਹੌਰ ਚਲੇ ਗਏ, ਅੰਮ੍ਰਿਤਾ ਤੇ ਉਹਦਾ ਪਤੀ ਵੀ। ਇੱਕ ਦਿਨ ਉਹਦਾ ਚਚੇਰਾ ਭਰਾ ਗੁਰਚਰਨ ਸਿੰਘ ਚੰਨੀ, ਜਿਸ ਦਾ ਗੁਜਰਾਂ ਵਾਲੇ ਨੇੜੇ ਬਹੁਤ ਵੱਡਾ
ਸੰਗਤਰਿਆਂ ਦਾ ਬਾਗ ਸੀ। ਸਾਡੇ ਕੋਲ ਇਹ ਪੁੱਛਣ ਲਈ ਆਇਆ ਕਿ ਕੀ ਉਹਨਾਂ ਕੋਲ ਰਾਤ ਲਈ ਠਹਿਰ ਸਕਦਾ ਹੈ, ਕਿਉਂਕਿ ਅੰਮ੍ਰਿਤਾ ਜਿਸ ਨੇ ਉਸ ਨੂੰ ਹਫ਼ਤੇ ਦੇ ਅੰਤ ਤੇ ਆਉਣ ਲਈ ਬੁਲਾਇਆ ਸੀ, ਇਤਨੀ ਬਿਮਾਰ ਸੀ ਕਿ ਉਹ ਉਸ ਨੂੰ ਆਪਣੇ ਕੋਲ ਠਹਿਰਾ ਨਹੀਂ ਸਕਦੀ ਸੀ। ਅਗਲੇ ਦਿਨ ਅੰਮ੍ਰਿਤਾ ਦੇ ਹੋਰ ਮਿੱਤਰ ਆ ਗਏ। ਉਹਨਾਂ ਨੇ ਸਾਨੂੰ ਦੱਸਿਆ ਕਿ ਅੰਮ੍ਰਿਤਾ ਬੇਹੋਸ਼ ਹੈ ਤੇ ਉਸ ਕੋਲ ਰਹਿਣ ਲਈ ਉਸ ਦੇ ਮਾਤਾ-ਪਿਤਾ ਸਮਰ ਹਿੱਲ ਤੋਂ ਆ ਰਹੇ ਹਨ। ਉਹ ਬ੍ਰਿਜ ਦੀ ਤਾਂਘਵਾਨ ਖਿਡਾਰਨ ਸੀ ਤੇ ਨੀਮ ਬੇਹੋਸ਼ੀ ਦੇ ਪਲਾਂ ਵਿੱਚ ਵੀ ਬ੍ਰਿਜ ਦੀ ਖੇਡ ਬਾਰੇ ਕੁਝ ਬੁੜਬੁੜਾਉਂਦੀ ਸੀ। ਮੈਂ ਕਾਹਲੀ ਨਾਲ ਉਸ ਦੇ ਘਰ ਗਿਆ। ਉਸ ਦਾ ਪਿਤਾ ਸਰਦਾਰ ਉਮਰਾਓ ਸਿੰਘ ਦਰਵਾਜ਼ੇ ਵਿੱਚ ਹੈਰਾਨ ਖੜਾ ਅਰਦਾਸ ਦੇ ਸ਼ਬਦ ਗੁਣਗੁਣਾ ਰਿਹਾ ਸੀ। ਉਸ ਦੀ ਹੰਗੇਰੀਅਨ ਮਾਂ ਕਮਰੇ ਚੋਂ ਕਦੇ ਬਾਹਰ ਜਾਂਦੀ ਤੇ ਕਦੇ ਅੰਦਰ ਆਉਂਦੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਹੋ ਗਿਆ ਹੈ। ਉਸ ਸ਼ਾਮ ਨੂੰ ਦਰਜਨ ਭਰ ਆਦਮੀ ਤੇ ਇਸਤਰੀਆਂ ਉਸ ਦੇ ਨੌਕਰਾਂ ਚਾਕਰਾਂ ਨਾਲ ਸ਼ਮਸ਼ਾਨ ਘਾਟ ਪਹੁੰਚੇ। ਉਸ ਦੇ ਪਤੀ ਨੇ ਚਿਤਾ ਨੂੰ ਅੱਗ ਦਿਖਾਈ। ਜਦੋਂ ਅਸੀਂ ਉਸ ਦੇ ਘਰ ਮੁੜ ਕੇ ਆਏ ਤਾਂ ਪੁਲਿਸ ਉਹਦੇ ਪਤੀ ਦੀ ਉਡੀਕ ਕਰ ਰਹੀ ਸੀ। ਬਰਤਾਨੀਆ ਨੇ ਹੰਗਰੀ ਵਿਰੁੱਧ ਜੰਗ ਦਾ ਐਲਾਨ ਕਰ ਦਿੱਤਾ ਸੀ, ਕਿਉਂਕਿ ਉਹ ਬਰਤਾਨੀਆ ਦੇ ਵੈਰੀ ਨਾਜ਼ੀ ਜਰਮਨੀ ਦਾ ਸਾਥੀ ਸੀ। ਇਸ ਲਈ ਅੰਮ੍ਰਿਤਾ ਦੇ ਪਤੀ ਨੂੰ ਉਸ ਦੀ ਕੌਮੀਅਤ ਕਾਰਨ ਦੁਸ਼ਮਣ ਖਿਆਲ ਕੀਤਾ ਗਿਆ ਤੇ ਫਿਰ ਉਸ ਨੂੰ ਜੇਲ੍ਹ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ। ਉਹ ਖੁਸ਼ਕਿਸਮਤ ਸੀ ਕਿ ਉਹ ਪੁਲਿਸ ਦੀ ਹਿਰਾਸਤ ਵਿੱਚ ਸੀ। ਕੁਝ ਚਿਰ ਪਿੱਛੋਂ ਅੰਮ੍ਰਿਤਾ ਦੀ ਮਾਂ ਤੇ ਉਸ ਦੀ ਸੱਸ ਨੇ ਉਸ ਵਿਰੁੱਧ ਮੁਹਿੰਮ ਛੇੜ ਕੇ ਉਸ ਤੇ ਆਪਣੀ ਬੇਟੀ ਨੂੰ ਕਤਲ ਕਰਨ ਦਾ ਇਲਜ਼ਾਮ ਲਾ ਦਿੱਤਾ। ਉਹ ਜਿਸ ਕਿਸੇ ਨੂੰ ਵੀ ਜਾਣਦੀ ਸੀ, ਇਸ ਭਾਵ ਦੇ ਪੱਤਰ ਭੇਜਣ ਲੱਗੀ ਕਿ ਉਸ ਦੀ ਬੇਟੀ ਦੀ ਅਚਾਨਕ ਮੌਤ ਦੇ ਹਾਲਾਤ ਦੀ ਪੜਤਾਲ ਕੀਤੀ ਜਾਵੇ। ਮੈਂ ਵੀ ਉਹਨਾਂ ਵਿੱਚੋਂ ਇੱਕ ਸੀ ਜਿਸ ਨੂੰ ਪੱਤਰ ਭੇਜਿਆ ਗਿਆ। ਇਹ ਵਾਰਦਾਤ ਕਤਲ ਦੀ ਤਾਂ ਬਿਲਕੁਲ ਨਹੀਂ ਸੀ, ਹਾਂ ਅਣਗਹਿਲੀ ਦੀ ਹੋ ਸਕਦੀ ਸੀ। ਮੈਨੂੰ ਸਾਰੇ ਵੇਰਵੇ ਡਾਕਟਰ ਰਘਬੀਰ ਸਿੰਘ ਕੋਲੋਂ ਮਿਲੇ, ਜੋ ਸਾਡਾ ਪਰਿਵਾਰਕ ਡਾਕਟਰ ਸੀ ਤੇ ਅੰਮ੍ਰਿਤਾ ਨੂੰ ਜਿਉਂਦੀ ਵੇਖਣ ਵਾਲਾ ਆਖਰੀ ਆਦਮੀ। ਉਸ ਨੇ ਮੈਨੂੰ ਦੱਸਿਆ ਕਿ ਉਸ ਨੂੰ ਅੱਧੀ ਰਾਤ ਬੁਲਾਇਆ ਗਿਆ ਸੀ। ਅੰਮ੍ਰਿਤਾ ਦਾ ਗਰਭਪਾਤ ਅਨਾੜੀ ਵਿਅਕਤੀ ਵੱਲੋਂ ਕੀਤੇ ਜਾਣ ਕਰਕੇ ਤੇ ਬਹੁਤ ਖੂਨ ਵਗ ਜਾਣ ਕਾਰਨ ਉਸ ਦੀ ਮੌਤ ਹੋਈ ਸੀ। ਉਸ ਦੇ ਪਤੀ ਨੇ ਡਾਕਟਰ ਰਘਬੀਰ ਸਿੰਘ ਨੂੰ ਖੂਨ ਚੜਾਉਣ ਲਈ ਕਿਹਾ, ਪਰੰਤੂ ਡਾਕਟਰ ਨੇ ਪੂਰੀ ਜਾਂਚ ਤੋਂ ਬਿਨਾਂ ਇੰਜ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਦੋ ਡਾਕਟਰ ਇੱਕ ਦੂਸਰੇ ਨਾਲ ਬਹਿਸ ਕਰ ਰਹੇ ਸਨ, ਅੰਮ੍ਰਿਤਾ ਦੇ ਸਵਾਸ ਉਡਾਰੀ ਮਾਰ ਗਏ, ਪਰੰਤੂ ਉਸ ਦੀ ਪ੍ਰਸਿੱਧੀ ਸਦਾ ਰਹੇਗੀ। ਬੇਹੱਦ ਸ਼ੁਕਰੀਆ।